ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਵਿੱਚ 15 ਦਸੰਬਰ ਤੋਂ ਸ਼ੁਰੂ ਨਹੀਂ ਹੋਣਗੀਆਂ ਕੌਮਾਂਤਰੀ ਉਡਾਣਾਂ। ਕੋਵਿਡ ਦੇ ਵੱਧ ਰਹੇ ਖਤਰੇ ਕਾਰਨ ਕੈਨੇਡਾ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਤੇ ਲਗਾਈਆਂ ਗਈਆਂ ਪਾਬੰਦੀਆਂ। ਅਮਰੀਕਾ ਸਣੇ 24 ਦੇਸ਼ਾਂ ਤੱਕ ਪੁੱਜਿਆ ਓਮਿਕਰੌਨ। ਯਾਤਰਾ ਨੂੰ ਲੈ ਕੇ WHO ਦੀ ਸਲਾਹ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸਾਹਮਣੇ ਆਇਆ ਓਮਿਕਰੌਨ ਦਾ ਪਹਿਲਾ ਮਾਮਲਾ। ਓਮਿਕਰੌਨ ਦਾ ਖੌਫ 30 ਤੋਂ ਜ਼ਿਆਦਾ ਦੇਸ਼ਾਂ ਨੇ ਟਰੈਵਲ ਬੈਨ ਨੂੰ ਲੈ ਕੇ ਬਾਰਡਰ ਤੱਕ ਕੀਤੇ ਸੀਲ। ਅਮਰੀਕਾ ਨੇ ਮੰਨਿਆ ਉਸ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ ਚੀਨ ਤੋਂ। ਈਰਾਨ ਦੇ ਸੈਨਿਕਾਂ ਅਤੇ ਤਾਲਿਬਾਨੀ ਲੜਾਕਿਆਂ ਦੇ ਵਿੱਚ ਬਾਰਡਰ ਤੇ ਹਿੰਸਕ ਝੜਪ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਆਪਣੇ ਮੁਲਕ ਵਿੱਚ ਆਉਣ ਦੀ ਤਾਂਘ ਲਾਈ ਬੈਠੇ ਵਿਦੇਸ਼ ਵਿੱਚ ਵੱਸਦੇ ਭਾਰਤੀਆਂ ਦੀਆਂ ਉਮੀਦਾਂ ਤੇ ਉਸ ਵੇਲੇ ਪਾਣੀ ਫਿਰ ਗਿਆ ਜਦੋਂ ਭਾਰਤ ਸਰਕਾਰ ਨੇ 15 ਦਸੰਬਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਵਾਪਸ ਲੈ ਲਿਆ। ਕੇਂਦਰ ਸਰਕਾਰ ਨੇ ਕੋਰੋਨਾ ਦੇ ਨਵੇਂ ਰੂਪ ਓਮਿਕਰੌਨ ਦੀ ਦਹਿਸ਼ਤ ਦੇ ਮੱਦੇਨਜ਼ਰ ਰੱਖਦਿਆਂ ਇਹ ਕਦਮ ਚੁੱਕਿਆ। ਦੁਨੀਆ ਦੇ ਕਈ ਦੇਸ਼ਾਂ ਵਿੱਚ ਪੈਰ ਪਸਾਰ ਚੁੱਕੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੌਨ ਨੂੰ ਦੇਸ਼ ਵਿੱਚ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਨੇ ਅਹਿਮ ਕਦਮ ਚੁੱਕ ਲਿਆ ਹੈ। ਇਸ ਦੇ ਚਲਦਿਆਂ ਭਾਰਤ ਵਿੱਚ ਕੌਮਾਂਤਰੀ ਉਡਾਣਾਂ ਦੀ ਆਵਾਜਾਈ 15 ਦਸੰਬਰ ਤੋਂ ਸ਼ੁਰੂ ਨਹੀਂ ਹੋਏਗੀ। ਐਵੀਏਸ਼ਨ ਰੈਗੂਲੇਟਰ DGCA ਨੇ ਕਿਹਾ ਹੈ ਕਿ ਫਿਲਹਾਲ 15 ਦਸੰਬਰ ਤੋਂ ਚਾਲੂ ਹੋਣ ਵਾਲੀਆਂ ਕੌਮਾਂਤਰੀ ਉਡਾਣਾਂ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਨਵੇਂ ਵੇਰੀਐਂਟ ਓਮਿਕਰੌਨ ਕਾਰਨ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਨਵੰਬਰ ਨੂੰ ਓਮਿਕਰੌਨ ਨੂੰ ਲੈ ਕੇ ਸਮੀਖਿਆ ਬੈਠਕ ਕੀਤੀ ਸੀ। ਇਸ ਵਿੱਚ 15 ਦਸੰਬਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੇ ਫੈਸਲੇ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਸੀ। ਪ੍ਰਧਾਨ ਮੰਤਰੀ ਨੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਸਖਤ ਨਿਗਰਾਨੀ ਕਰਨ ਦੀ ਵੀ ਗੱਲ ਕਹੀ ਸੀ। ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਨੇ ਕਿਹਾ ਕਿ ਦੱਖਣੀ ਅਫਰੀਕੀ ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਓਮਿਕਰੌਨ ਦੀ ਦਹਿਸ਼ਤ ਅਤੇ ਬ੍ਰਿਟੇਨ, ਬੈਲਜੀਅਮ ਸਣੇ ਕਈ ਦੇਸ਼ਾਂ ਵਿੱਚ ਵਾਇਰਸ ਪਹੁੰਚਣ ਕਾਰਨ ਭਾਰਤ ਸਰਕਾਰ ਵੀ ਅਲਰਟ ਮੋਡ ਤੇ ਆ ਗਈ ਹੈ। ਇਸ ਦੇ ਚਲਦਿਆਂ ਭਾਰਤ ਸਰਕਾਰ ਨੇ 15 ਦਸੰਬਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਵਾਪਸ ਲਿਆ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਵਿਚਾਰ ਚਰਚਾ ਮਗਰੋਂ ਭਾਰਤ ਸਰਕਾਰ ਨੇ ਦਸੰਬਰ ਦੇ ਤੀਜੇ ਹਫ਼ਤੇ ਭਾਵ 15 ਦਸੰਬਰ ਤੋਂ ਕੌਮਾਂਤਰੀ ਫਲਾਈਟਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਪਰ ਹੁਣ ਕੋਰੋਨਾ ਦੇ ਨਵੇਂ ਰੂਪ ਨੇ ਦੁਨੀਆ ਭਰ ਵਿੱਚ ਦਹਿਸ਼ਤ ਮਚਾ ਦਿੱਤੀ ਹੈ। ਇਸ ਲਈ ਕੇਂਦਰ ਸਰਕਾਰ ਨੇ 15 ਦਸੰਬਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਟਾਲ ਦਿੱਤਾ ਹੈ। ਦੱਸਦੇ ਹਾਂ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਪਿਛਲੇ ਸਾਲ 23 ਮਾਰਚ ਨੂੰ ਭਾਰਤ ਵਿੱਚ ਨਿਯਮਿਤ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਸਮੇਂ-ਸਮੇਂ ਤੇ ਕਈ ਦੇਸ਼ਾਂ ਨਾਲ ਸੀਮਤ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ। ਭਾਰਤ ਤੋਂ ਲਗਭਗ 28 ਦੇਸ਼ਾਂ ਨਾਲ 에ਅਰ ਬਬਲ ਵਿਵਸਥਾ ਦੇ ਤਹਿਤ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਵਿਸ਼ੇਸ਼ ਕੌਮਾਂਤਰੀ ਯਾਤਰਾ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ। ਹੁਣ ਜਾ ਕੇ ਥੋੜੀ ਰਾਹਤ ਮਹਿਸੂਸ ਹੁੰਦੀ ਨਜ਼ਰ ਆ ਰਹੀ ਸੀ, ਪਰ ਕੋਰੋਨਾ ਦੇ ਵੇਰੀਐਂਟ ਓਮਿਕਰੌਨ ਨੂੰ ਦੁਬਾਰਾ ਫੇਰ ਹਾਲਾਤ ਚਿੰਤਾਜਨਕ ਬਣਾ ਦਿੱਤੇ ਨੇ। ਕੋਰੋਨਾ ਮਹਾਮਾਰੀ ਦੌਰਾਨ ਬੀਤੇ ਹਫ਼ਤੇ ਤੋਂ ਚਰਚਿਤ ਨਵੇਂ ਸਰੂਪ ਦੇ ਫੈਲਣ ਤੋਂ ਬਚਾਅ ਲਈ ਕੈਨੇਡਾ ਦੀ ਸਰਕਾਰ ਨੇ ਬੀਤੇ ਕੱਲ੍ਹ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਮੁਸਾਫਰਾਂ ਉੱਪਰ ਕੁਝ ਨਵੀਆਂ ਪਾਬੰਦੀਆਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਦੱਖਣੀ ਅਫਰੀਕਾ ਸਮੇਤ ਖਿੱਤੇ ਦੇ 7 ਦੇਸ਼ਾਂ ਤੋਂ ਬਾਅਦ ਉਸ ਮਹਾਂਦੀਪ ਦੇ ਉੱਤਰ ਪੂਰਬ, ਦੱਖਣ ਪੂਰਬ ਅਤੇ ਮੱਧ ਪੱਛਮੀ ਇਲਾਕਿਆਂ ਵਿੱਚ ਸਥਿਤ 3 ਹੋਰ ਦੇਸ਼ਾਂ ਮਿਸਰ, ਨਾਈਜੀਰੀਆ ਤੇ ਮਲਾਵੀ ਤੋਂ ਕੈਨੇਡਾ ਆਉਣ ਵਾਲੇ ਅਤੇ ਸਫ਼ਰ ਸ਼ੁਰੂ ਕਰਨ ਤੋਂ 14 ਦਿਨ ਪਹਿਲਾਂ ਉਨ੍ਹਾਂ ਦੇਸ਼ਾਂ 'ਚ ਜਾਣ ਵਾਲੇ ਲੋਕਾਂ ਦੇ ਦੇਸ਼ 'ਚ ਦਾਖਲੇ ਉੱਪਰ ਪਾਬੰਦੀ ਲਗਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਨਵੀਆਂ ਪਾਬੰਦੀਆਂ ਵਿੱਚ ਅਮਰੀਕਾ ਤੋਂ ਆਉਣ ਵਾਲੇ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਰਾਜਧਾਨੀ ਓਟਾਵਾ ਵਿਖੇ ਸਿਹਤ ਮੰਤਰੀ ਜੀਨ ਇਵੇਸ ਡੁਕਲਸ ਨੇ ਕਿਹਾ ਕਿ ਅਮਰੀਕਾ ਵਾਸੀਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦਾ ਕੈਨੇਡਾ ਦੇ ਉਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅੰਦਰ ਕੋਰੋਨਾ ਵਾਇਰਸ ਟੈਸਟ ਕੀਤਾ ਜਾਏਗਾ, ਜਿੱਥੇ ਉਹ ਸਭ ਤੋਂ ਪਹਿਲਾਂ ਪੁੱਛਣਗੇ। ਇਹ ਵੀ ਕਿ ਟੈਸਟ ਦੀ ਰਿਪੋਰਟ ਆ ਜਾਣ ਤੱਕ ਹਰੇਕ ਮੁਸਾਫਰ ਨੂੰ ਇਕਾਂਤਵਾਸ ਵਿੱਚ ਰਹਿਣਾ ਪਏਗਾ। ਮੰਤਰੀ ਡੁਕਲਸ ਨੇ ਕਿਹਾ ਹੈ ਕਿ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਵੀ ਟੈਸਟ ਕਰਵਾਉਣ ਤੇ ਛੋਟ ਨਹੀਂ ਹੈ। ਵਿਦੇਸ਼ਾਂ ਤੋਂ ਕੈਨੇਡਾ ਵਾਪਸ ਮੁੜ ਰਹੇ ਕੈਨੇਡੀਅਨ ਨਾਗਰਿਕ ਅਤੇ ਪੱਕੇ ਵਾਸੀ ਜਿਨ੍ਹਾਂ ਨੇ ਟੀਕਾਕਰਨ ਅਜੇ ਨਹੀਂ ਕਰਵਾਇਆ, ਉਹਨਾਂ ਨੂੰ ਕੋਵਿਡ ਟੈਸਟ ਕਰਵਾਉਣ ਦੇ ਨਾਲ ਹੀ ਸਰਕਾਰੀ ਦੇਖ ਰੇਖ ਹੇਠ ਇਕਾਂਤਵਾਸ ਵਿੱਚ ਰਹਿਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕੋਵਿਡ ਤੋਂ ਬਚਾਅ ਦਾ ਟੀਕਾਕਰਨ
ਨਾ ਕਰਵਾਉਣ ਵਾਲੇ ਲੋਕਾਂ ਨੂੰ ਬੀਤੀ 3 ਨਵੰਬਰ ਤੋਂ ਕੈਨੇਡਾ ਅੰਦਰ ਉਡਾਣਾਂ ਜਾਂ ਰੇਲ ਗੱਡੀਆਂ ਰਾਹੀਂ ਸਫ਼ਰ ਕਰਨ ਦੀ ਮਨਾਹੀ ਵੀ ਲਾਗੂ ਕਰ ਦਿੱਤੀ ਗਈ ਹੈ। ਦੇਸ਼ ਦੇ ਆਵਾਜਾਈ ਮੰਤਰੀ ਉਮਾਰ ਅਲਗਵਰਾ ਨੇ ਕਿਹਾ ਕਿ ਸਥਿਤੀ ਉੱਪਰ ਨਜ਼ਰ ਰੱਖਣ ਲਈ ਨਵੀਆਂ ਪਾਬੰਦੀਆਂ ਅਸਰਦਾਰ ਤਰੀਕੇ ਨਾਲ ਲਾਗੂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਾਸਤੇ ਹਵਾਈ ਅੱਡਿਆਂ ਅੰਦਰ ਬੰਦੋਬਸਤ ਕੀਤੇ ਜਾਣੇ ਸ਼ੁਰੂ ਕਰ ਦਿੱਤੇ ਗਏ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਕੋਵਿਡ ਕਾਰਨ ਸੰਸਾਰ ਵਿੱਚ ਬਦਲ ਰਹੀਆਂ ਪਰਿਸਥਿਤੀਆਂ ਕਰਕੇ ਪਾਬੰਦੀਆਂ ਸਖਤ ਕਰਨ ਦੀ ਜ਼ਰੂਰਤ ਵੀ ਪੈ ਸਕਦੀ ਹੈ, ਜਿਸ ਕਰਕੇ ਕੈਨੇਡਾ ਵਾਸੀ ਲੋਕ ਦੇਸ਼ ਤੋਂ ਬਾਹਰ ਸੋਚ ਵਿਚਾਰ ਮਗਰੋਂ ਹੀ ਜਾਣ। ਸੰਸਾਰ ਸਿਹਤ ਸੰਗਠਨ ਦੇ ਅਧਿਕਾਰੀਆਂ ਵੱਲੋਂ ਮੌਜੂਦਾ ਸਮੇਂ ਦੌਰਾਨ ਲੋਕਾਂ ਨੂੰ ਖਾਸ ਤੌਰ ਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਓਨਟਾਰੀਓ, ਕਿਊਬੈਕ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ 'ਚ ਕੋਵਿਡ ਓਮਿਕਰੋਨ ਦੇ ਪੌਣੀ ਦਰਜਨ ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮਿਕਰੋਨ ਦੇ ਬਾਰੇ ਵਿੱਚ ਜਿਵੇਂ-ਜਿਵੇਂ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ, ਦੁਨੀਆ ਭਰ ਵਿੱਚ ਚਿੰਤਾ ਵੱਧਦੀ ਹੀ ਜਾ ਰਹੀ ਹੈ। ਵੱਧਦੀ ਦਹਿਸ਼ਤ ਦੇ ਵਿੱਚ ਕਈ ਦੇਸ਼ਾਂ ਦੁਆਰਾ ਯਾਤਰੀ ਪਾਬੰਦੀਆਂ ਨੂੰ ਹੋਰ ਸਖਤ ਕੀਤਾ ਜਾ ਰਿਹਾ ਹੈ ਅਤੇ ਉਡਾਣਾਂ ਤੇ ਰੋਕ ਲਗਾਈ ਜਾ ਰਹੀ ਹੈ। ਇਸ ਸਖਤੀ ਦੇ ਬਾਵਜੂਦ ਓਮਿਕਰੋਨ ਦੇ ਮਾਮਲੇ ਨਵੇਂ-ਨਵੇਂ ਦੇਸ਼ਾਂ ਵਿੱਚ ਮਿਲ ਰਹੇ ਨੇ। ਓਮਿਕਰੋਨ ਵੈਰੀਐਂਟ ਦੇ ਮਾਮਲੇ ਵਾਲੇ ਦੇਸ਼ਾਂ ਵਿੱਚ ਹੁਣ ਅਮਰੀਕਾ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਂ ਵੀ ਜੁੜ ਗਏ ਨੇ। ਇਹਨਾਂ 3 ਦੇਸ਼ਾਂ ਵਿੱਚ ਇੱਕ ਮਾਮਲੇ ਮਿਲੇ ਨੇ। ਵਿਸ਼ਵ ਸਿਹਤ ਸੰਗਠਨ ਨੇ ਇਸ ਦੀ 24 ਦੇਸ਼ਾਂ ਤੱਕ ਪੁੱਜਣ ਦੀ ਜਾਣਕਾਰੀ ਦਿੱਤੀ ਹੈ। ਅਜੇ ਨਵੇਂ ਵੈਰੀਐਂਟ ਨੂੰ ਲੈ ਕੇ ਸੋਚ ਚੱਲ ਰਹੀ ਹੈ। ਸਪਾਈਕ ਪ੍ਰੋਟੀਨ ਵਿੱਚ ਬਦਲਾਅ ਨਾਲ ਇਹ ਤਾਂ ਮੰਨਿਆ ਜਾ ਰਿਹਾ ਹੈ ਕਿ ਇਹ ਕੋਰੋਨਾ ਦੇ ਇਸ ਤੋਂ ਪਹਿਲਾਂ ਦੇ ਸਾਰੇ ਵੈਰੀਐਂਟ ਤੋਂ ਜ਼ਿਆਦਾ ਖਤਰਨਾਕ ਹੈ, ਪਰ ਇਸ ਦੇ ਖਤਰਨਾਕ ਹੋਣ ਦੇ ਅਜੇ ਤੱਕ ਪੁਖਤਾ ਸਬੂਤ ਨਹੀਂ ਮਿਲੇ, ਜਿਸ ਨਾਲ ਕੁਝ ਰਾਹਤ ਮਿਲਦੀ ਹੈ। ਪਰ ਡੈਲਟਾ ਦੀ ਤਬਾਹੀ ਤੋਂ ਡਰੇ ਦੇਸ਼ ਪੂਰੀ ਚੌਕਸੀ ਵਰਤ ਰਹੇ ਨੇ। ਕਈ ਦੇਸ਼ਾਂ ਤੋਂ ਬਾਅਦ ਹੁਣ ਜਾਪਾਨ ਨੇ ਵੀ ਕੌਮਾਂਤਰੀ ਯਾਤਰਾ ਪਾਬੰਦੀਆਂ ਨੂੰ ਹੋਰ ਸਖਤ ਕਰ ਦਿੱਤਾ ਹੈ। ਜਾਪਾਨ ਵਿੱਚ ਓਮਿਕਰੋਨ ਦਾ ਦੂਜਾ ਮਾਮਲਾ ਮਿਲ ਗਿਆ ਹੈ। ਇਹ ਵਿਅਕਤੀ ਕਤਰ ਹੁੰਦੇ ਹੋਏ ਪੇਰੂ ਤੋਂ ਆਇਆ ਸੀ। ਜਾਪਾਨ ਨੇ ਵਿਦੇਸ਼ੀ ਨਾਗਰਿਕਾਂ ਦੇ ਆਉਣ ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ। ਕਈ ਹੋਰ ਦੇਸ਼ਾਂ ਨੇ ਵੀ ਅਫਰੀਕੀ ਦੇਸ਼ਾਂ ਤੋਂ ਆਉਣ ਵਾਲਿਆਂ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ। ਅਮਰੀਕੀ ਸਿਹਤ ਮਾਹਰ ਐਂਥਨੀ ਫੌਚੀ ਨੇ ਕਿਹਾ ਕਿ ਦੇਸ਼ ਵਿੱਚ ਓਮਿਕਰੋਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। 22 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਕੈਲੀਫੋਰਨੀਆ ਪਰਤੇ ਵਿਅਕਤੀ ਨੂੰ 7 ਦਿਨਾਂ ਬਾਅਦ ਓਮਿਕਰੋਨ ਨਾਲ ਪੀੜਤ ਪਾਇਆ ਗਿਆ। ਇਹ ਵਿਅਕਤੀ ਵੈਕਸੀਨ ਦੀ 2ਵੇਂ ਡੋਜ਼ ਲੈ ਚੁੱਕਾ ਸੀ। ਉਸ ਵਿੱਚ ਵਾਇਰਸ ਦੇ ਹਲਕੇ ਲੱਛਣ ਮਿਲੇ ਅਤੇ ਉਸ ਨੂੰ ਕੁਆਰੰਟਾਈਨ ਵਿੱਚ ਰਹਿਣ ਲਈ ਕਿਹਾ ਗਿਆ ਹੈ। ਸਾਊਦੀ ਅਰਬ ਨੇ ਵੀ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਇੱਥੇ ਓਮਿਕਰੋਨ ਦਾ ਪਹਿਲਾ ਮਾਮਲਾ ਮਿਲਿਆ। ਇਸ ਤੋਂ ਇੱਕ ਦਿਨ ਪਹਿਲਾਂ ਹੀ ਬ੍ਰਾਜ਼ੀਲ ਨੇ ਆਪਣੇ ਇੱਥੇ ਇਸ ਨਵੇਂ ਵੈਰੀਐਂਟ ਦਾ ਪਹਿਲਾ ਕੇਸ ਮਿਲਣ ਦੀ ਪੁਸ਼ਟੀ ਕੀਤੀ ਸੀ। WHO ਦੇ ਮੁਖੀ ਟੈਡਰੋਸ ਨੇ ਕਿਹਾ ਕਿ ਓਮਿਕਰੋਨ ਹੁਣ ਤੱਕ ਘੱਟ ਤੋਂ ਘੱਟ 24 ਦੇਸ਼ਾਂ ਵਿੱਚ ਪਹੁੰਚ ਚੁੱਕਾ ਹੈ। ਹਾਲਾਂਕਿ ਉਹਨਾਂ ਨੇ ਇਹਨਾਂ ਦੇਸ਼ਾਂ ਦੇ ਨਾਂ ਨਹੀਂ ਦੱਸੇ। ਉਹਨਾਂ ਨੇ ਇਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਧਣ ਦਾ ਖਦਸ਼ਾ ਵੀ ਜਤਾਇਆ ਹੈ। ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨੂੰ ਹੀ ਦੇਖਦੇ ਹੋਏ ਦੁਨੀਆ ਭਰ ਵਿੱਚ ਅਲਰਟ ਹੈ। ਕਈ ਦੇਸ਼ਾਂ ਨੇ ਵਿਦੇਸ਼ੀ ਯਾਤਰਾ ਤੇ ਪਾਬੰਦੀਆਂ ਲਗਾਈਆਂ ਨੇ ਤੇ ਕਈ ਯਾਤਰਾ ਕਰਨ ਵਾਲੇ ਲੋਕਾਂ ਦੇ ਲਈ ਜਾਂਚ ਦੇ ਨਿਯਮ ਸਖਤ ਕੀਤੇ ਨੇ। WHO ਦਾ ਇਸ ਬਾਰੇ ਕਹਿਣਾ ਹੈ ਕਿ ਯਾਤਰਾ ਪਾਬੰਦੀਆਂ ਨਾਲ ਵੀ ਓਮਿਕਰੋਨ ਦਾ ਪ੍ਰਸਾਰ ਰੋਕ ਪਾਉਣਾ ਸੰਭਵ ਨਹੀਂ ਹੈ। WHO ਨੇ ਓਮਿਕਰੋਨ ਦੇ ਖਤਰੇ ਨੂੰ ਵੇਖਦੇ ਹੋਏ ਯਾਤਰਾ ਕਰਨ ਨੂੰ ਲੈ ਕੇ ਸਲਾਹ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਯਾਤਰਾ ਬਿਲਕੁਲ ਨਹੀਂ ਕਰਨੀ ਚਾਹੀਦੀ। ਯਾਤਰਾ ਪਾਬੰਦੀਆਂ ਨਾਲ ਹੀ ਥੋੜਾ ਬਹੁਤ ਇਸ ਨਵੇਂ ਵੈਰੀਐਂਟ ਨੂੰ ਰੋਕਿਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜੋ ਲੋਕ ਪਹਿਲਾਂ ਤੋਂ ਕੋਰੋਨਾ ਨਾਲ ਪੀੜਤ ਸੀ, ਉਹਨਾਂ ਇਸ ਵੈਰੀਐਂਟ ਤੋਂ ਜ਼ਿਆਦਾ ਖਤਰਾ ਹੈ, ਕਿਉਂਕਿ ਨਵੇਂ ਵੈਰੀਐਂਟ ਵਿੱਚ ਤੇਜ਼ੀ ਨਾਲ ਮਿਊਟੇਸ਼ਨ ਹੋ ਰਿਹਾ ਹੈ ਅਤੇ ਇਹ ਕੋਰੋਨਾ ਪੀੜਤ ਹੋ ਚੁੱਕੇ ਵਿਅਕਤੀਆਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਨਵੇਂ ਵੈਰੀਐਂਟ ਦੇ ਸੰਭਾਵਿਤ ਖਤਰੇ ਦੇ ਵਿੱਚ ਬਚਾਅ ਹੀ ਸਭ ਤੋਂ ਵੱਡਾ ਹਥਿਆਰ ਹੈ। WHO ਨੇ ਹਰ ਦੇਸ਼ ਨੂੰ ਜ਼ਿਆਦਾ ਤੋਂ ਜ਼ਿਆਦਾ ਵੈਕਸੀਨੇਸ਼ਨ ਨੂੰ ਬੜਾਵਾ ਦੇਣ ਲਈ ਕਿਹਾ ਹੈ। ਭਾਰਤੀ ਸੰਬੰਧੀ ਜੇਕਰ ਗੱਲ ਕਰੀਏ ਤਾਂ ਭਾਰਤ ਨੇ ਵੀ ਓਮਿਕਰੋਨ ਫੈਲਣ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਲਈ ਆਈਸੋਲੇਸ਼ਨ ਅਤੇ ਜਾਂਚ ਜ਼ਰੂਰੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੁਝ ਦੇਸ਼ਾਂ ਦੀ ਸੂਚੀ ਵਿੱਚ ਵੀ ਭਾਰਤ ਵੱਲੋਂ ਜਾਰੀ ਕੀਤੀ ਗਈ ਹੈ। ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮਿਕਰੋਨ ਦਾ ਪਹਿਲਾ ਮਾਮਲਾ ਕੈਲੀਫੋਰਨੀਆ ਵਿੱਚ ਸਾਹਮਣੇ ਆਇਆ। ਵਾਈਟ ਹਾਊਸ ਦੇ ਇੱਕ ਸਮਾਚਾਰ ਬਰੀਫਿੰਗ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਜ਼ੀਜ਼ ਦੇ ਨਿਰਦੇਸ਼ਕ ਡਾਕਟਰ ਐਂਥਨੀ ਫੌਸੀ ਨੇ ਕਿਹਾ ਕਿ ਮਾਮਲਾ ਇੱਕ ਅਜਿਹੇ ਵਿਅਕਤੀ ਦਾ ਸੀ ਜਿਸ ਨੇ 22 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਯਾਤਰਾ ਕੀਤੀ ਅਤੇ 29 ਨਵੰਬਰ ਨੂੰ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ। ਸਮੂਹ ਸਿਹਤ ਅਧਿਕਾਰੀਆਂ ਨੇ ਸਿੱਧੇ ਤੌਰ ਤੇ ਇਹ ਨਹੀਂ ਦੱਸਿਆ ਕਿ ਸੂਬੇ ਵਿੱਚ ਪੀੜਤ ਵਿਅਕਤੀ ਕਿੱਥੇ ਰਹਿੰਦਾ ਹੈ, ਪਰ ਕਿਹਾ ਗਿਆ ਹੈ ਕਿ ਮਾਮਲੇ ਦੀ ਪੁਸ਼ਟੀ ਸਾਨ ਫਰਾਂਸਿਸਕੋ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੁਆਰਾ ਕੀਤੀ ਗਈ, ਜਿਸ ਵਿੱਚ UC ਸੈਨ ਫਰਾਂਸਿਸਕੋ ਅਤੇ ਜ਼ੀਨੋਮਿਕ ਕ੍ਰਮਬੱਧ ਕੀਤਾ ਗਿਆ।
ਨਵੇਂ ਵਾਇਰਸ ਦੇ ਕਾਰਨ ਹੁਣ ਤੱਕ ਕੁੱਲ 30 ਤੋਂ ਜ਼ਿਆਦਾ ਦੇਸ਼ਾਂ ਨੇ ਵੇਰੀਐਂਟ ਨੂੰ ਰੋਕਣ ਦੇ ਲਈ ਟਰੈਵਲ ਬੈਨ ਸਣੇ ਆਪਣੇ ਬਾਰਡਰ ਸੀਲ ਕਰ ਦਿੱਤੇ ਨੇ। ਓਮਿਕਰੌਨ ਹੁਣ ਤੱਕ ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਬੋਤਸਵਾਨਾ, ਕੈਨੇਡਾ, ਚੈਕ ਗਣਰਾਜ, ਡੈਨਮਾਰਕ, ਜਰਮਨੀ, ਹਾਂਗਕਾਂਗ, ਇਜ਼ਰਾइल, ਇਟਲੀ, ਜਾਪਾਨ, नीदरलैंड, नाइजीरिया, पुर्तगाल, यूएई, सऊदी अरब, दक्षिणी अफ्रीका, स्पेन, स्वीडन, स्विट्जरलैंड, ब्रिटेन, दक्षिणी कोरिया ते अमरीका तक पहुंच गया। इधर यूएन ਦੇ ਜਨਰਲ ਸਕੱਤਰ ਐਂਟੋਨੀਓ ਨੇ ਦੁਨੀਆ ਭਰ ਦੇ ਦੇਸ਼ਾਂ ਵਿੱਚ ਨਵੇਂ ਵੇਰੀਐਂਟ ਨੂੰ ਰੋਕਣ ਦੇ ਲਈ ਲਗਾਏ ਗਏ ਟਰੈਵਲ ਬੈਨ ਨੂੰ ਗਲਤ ਦੱਸਿਆ ਹੈ। ਉਹਨਾਂ ਨੇ ਬੁੱਧਵਾਰ ਨੂੰ ਕਿਹਾ ਕਿ ਨਵੇਂ ਸਟ੍ਰੇਨ ਨੂੰ ਰੋਕਣ ਦੇ ਲਈ ਟਰੈਵਲ ਬੈਨ ਲਗਾਉਣਾ ਇੱਕ ਅਣਉਚਿਤ ਕਦਮ ਹੈ। ਓਮਿਕਰੌਨ ਵੇਰੀਐਂਟ ਦੇ ਮਾਮਲੇ ਵਾਲੇ ਦੇਸ਼ਾਂ ਵਿੱਚ ਹੁਣ ਅਮਰੀਕਾ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਂ ਵੀ ਜੁੜ ਗਏ ਨੇ। ਇਹਨਾਂ ਤਿੰਨਾਂ ਦੇਸ਼ਾਂ ਵਿੱਚ ਇੱਕ ਮਾਮਲੇ ਮਿਲੇ ਨੇ। ਵਿਸ਼ਵ ਸਿਹਤ ਸੰਗਠਨ ਨੇ ਇਸ ਦੀ 24 ਦੇਸ਼ਾਂ ਤੱਕ ਪੁੱਜਣ ਦੀ ਜਾਣਕਾਰੀ ਦਿੱਤੀ ਹੈ। ਅਜੇ ਨਵੇਂ ਵੇਰੀਐਂਟ ਨੂੰ ਲੈ ਕੇ ਸੋਧ ਵੀ ਚੱਲ ਰਹੀ ਹੈ। ਚੀਨ ਦੀ ਹਮਲਾਵਰ ਵਿਸਤਾਰਵਾਦੀ ਨੀਤੀ ਤੋਂ ਨਾ ਸਿਰਫ ਏਸ਼ੀਆ ਦੇ ਦੇਸ਼ਾਂ ਨਾਲ ਉਸਦਾ ਤਣਾਅ ਚੱਲ ਰਿਹਾ, ਸਗੋਂ ਹੁਣ ਅਮਰੀਕਾ ਨੇ ਵੀ ਆਪਣਾ ਨਾ ਮੰਨ ਲਿਆ ਹੈ। ਉਸ ਨੂੰ ਸਭ ਤੋਂ ਜ਼ਿਆਦਾ ਖਤਰਾ ਚੀਨ ਤੋਂ ਹੀ ਹੈ। ਇਸ ਦੇ ਨਾਲ ਉਹ ਰੂਸ ਅਤੇ ਈਰਾਨ ਨੂੰ ਆਪਣਾ ਸਭ ਤੋਂ ਵੱਡਾ ਵਿਰੋਧੀ ਮੰਨਦਾ ਹੈ। ਹੁਣ ਅਮਰੀਕਾ ਨੇ ਨਵੇਂ ਸਿਰੇ ਤੋਂ ਇਹਨਾਂ ਦੇਸ਼ਾਂ ਨਾਲ ਨਜਿੱਠਣ ਦੀ ਰਣਨੀਤੀ ਬਣਾਈ ਹੈ। ਅਮਰੀਕੀ ਰੱਖਿਆ ਵਿਭਾਗ ਗੁਆਮ ਅਤੇ ਆਸਟ੍ਰੇਲੀਆ ਵਿੱਚ ਫੌਜੀ ਸਹੂਲਤਾਂ ਦਾ ਵਿਸਤਾਰ ਕਰੇਗਾ। ਅਮਰੀਕਾ ਨੇ ਆਸਟ੍ਰੇਲੀਆ ਤੇ ਪ੍ਰਸ਼ਾਂਤ ਖੇਤਰ ਦੇ ਕਈ ਆਈਲੈਂਡਾਂ ਤੇ ਇਨਫਰਾਸਟ੍ਰਕਚਰ ਦਾ ਨਿਰਮਾਣ ਕਰਵਾਉਣ ਅਤੇ ਰੋਟੇਸ਼ਨਲ ਬੇਸ ਤੇ 에ਅਰਕ੍ਰਾਫਟ ਦੀ ਤੈਨਾਤੀ ਦੀ ਯੋਜਨਾ ਬਣਾਈ ਹੈ। ਚੀਨ ਨੂੰ ਰੋਕਣ ਲਈ ਅਮਰੀਕਾ ਆਪਣੇ ਦੋਸਤਾਂ ਦੇਸ਼ਾਂ ਨਾਲ ਗੱਠਜੋੜ ਤੇ ਵੀ ਕੰਮ ਕਰ ਰਿਹਾ। ਆਸਟ੍ਰੇਲੀਆ, ਬ੍ਰਿਟੇਨ ਤੇ ਅਮਰੀਕਾ ਨੇ ਤਿੰਨ ਪੱਖੀ ਸੁਰੱਖਿਆ ਸਮਝੌਤੇ ਦਾ ਐਲਾਨ ਕੀਤਾ ਹੈ। ਚੀਨ ਨੂੰ ਜਵਾਬ ਦੇਣ ਲਈ ਨਵੀਂ ਰਣਨੀਤੀ ਤੇ ਵਿਚਾਰ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਨੇ ਹਾਲ ਹੀ ਵਿੱਚ ਇੱਕ ਤਿੰਨ ਪੱਖੀ ਸੁਰੱਖਿਆ ਸਮਝੌਤੇ ਦਾ ਐਲਾਨ ਕਰ ਦਿੱਤਾ ਹੈ, ਜਿਸ ਨੂੰ ਔਕਸ ਦਾ ਸੰਖੇਪ ਨਾਂ ਦਿੱਤਾ ਗਿਆ ਹੈ। ਇਸ ਗੱਠਜੋੜ ਦਾ ਮੁੱਖ ਉਦੇਸ਼ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਪ੍ਰਬੰਧ ਨੂੰ ਕਾਇਮ ਕਰਨ ਲਈ ਚੁੱਕਿਆ ਗਿਆ ਹੈ। ਅਜਿਹਾ ਨਹੀਂ ਹੈ ਕਿ ਅਮਰੀਕਾ ਹਾਲ ਹੀ ਵਿੱਚ ਚੀਨ ਨੂੰ ਲੈ ਕੇ ਖੁੱਲ੍ਹ ਕੇ ਵਿਰੋਧ ਕਰ ਰਿਹਾ ਹੋਵੇ। ਅਮਰੀਕਾ ਦੇ ਰੱਖਿਆ ਮੰਤਰਾਲਾ ਪੈਂਟਾਗਨ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਚੀਨ ਲਗਾਤਾਰ ਆਪਣੀ ਫੌਜ ਦਾ ਆਧੁਨਿਕੀਕਰਨ ਕਰ ਰਿਹਾ ਹੈ। ਈਰਾਨ ਦੇ ਸੈਨਿਕਾਂ ਅਤੇ ਤਾਲਿਬਾਨੀ ਲੜਾਕਿਆਂ ਦੇ ਵਿਚਾਲੇ ਅਫਗਾਨਿਸਤਾਨ ਈਰਾਨ ਦੀ ਸਰਹੱਦ ਤੇ ਹਿੰਸਕ ਝੜਪ ਹੋ ਗਈ। ਹਾਲਾਂਕਿ ਕਿਸੇ ਦੀ ਮੌਤ ਦੀ ਕੋਈ ਖਬਰ ਨਹੀਂ ਹੈ। ਝੜਪ ਤੋਂ ਬਾਅਦ ਕਿਹਾ ਗਿਆ ਹੈ ਕਿ ਅਜਿਹਾ ਗਲਤਫਹਿਮੀ ਕਾਰਨ ਹੋਇਆ ਹੈ। ਇਸ ਘਟਨਾ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ, ਜਿਸ ਵਿੱਚ ਤਾਲਿਬਾਨੀ ਲੜਾਕੇ ਹਥਿਆਰਾਂ ਦੇ ਨਾਲ ਦਿਖਾਈ ਦੇ ਰਹੇ ਨੇ। ਇਹਨਾਂ ਦੇ ਵਿਚਾਲੇ ਗੋਲਾਬਾਰੀ ਵੀ ਹੋਈ ਹੈ। ਤਾਲਿਬਾਨੀਆਂ ਨੂੰ ਜਵਾਬ ਦਿੰਦੇ ਹੋਏ ਈਰਾਨ ਵੱਲੋਂ ਗੋਲੇ ਦਾਗੇ ਗਏ ਨੇ। ਈਰਾਨ ਦੀ ਨਿਊਜ਼ ਏਜੰਸੀ ਤਸਨੀਮ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਲੜਾਈ ਹਿਰਮਿੰਦ ਕਾਉਂਟੀ ਦੇ ਇੱਕ ਪਿੰਡ ਵਿੱਚ ਹੋਈ। ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਨਾਲ ਜੁੜੀ ਤਸਨੀਮ ਏਜੰਸੀ ਨੇ ਕਿਹਾ ਕਿ ਤਸਕਰੀ ਦਾ ਮੁਕਾਬਲਾ ਕਰਨ ਦੇ ਲਈ ਅਫਗਾਨਿਸਤਾਨ ਦੇ ਨਾਲ ਲੱਗੀ ਸਰਹੱਦ ਦੇ ਕੋਲ ਈਰਾਨੀ ਖੇਤਰ ਵਿੱਚ ਕੰਧਾਂ ਖੜੀਆਂ ਕੀਤੀਆਂ ਗਈਆਂ ਨੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਈਰਾਨੀ ਕਿਸਾਨਾਂ ਨੇ ਕੰਧ ਪਾਰ ਕਰ ਲਈ ਸੀ, ਲੇਕਿਨ ਉਹ ਫਿਰ ਵੀ ਈਰਾਨ ਦੀ ਸਰਹੱਦ ਦੇ ਅੰਦਰ ਹੀ ਸੀ। ਲੇਕਿਨ ਤਾਲਿਬਾਨੀ ਫੋਰਸ ਨੂੰ ਲੱਗਾ ਕਿ ਕਿਸਾਨ ਉਹਨਾਂ ਦੇ ਇਲਾਕੇ ਵਿੱਚ ਆ ਗਏ ਨੇ, ਜਿਸ ਦੇ ਚਲਦਿਆਂ ਉਹਨਾਂ ਨੇ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ। ਈਰਾਨ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਤਾਲਿਬਾਨ ਦੇ ਨਾਲ ਗੱਲਬਾਤ ਕੀਤੀ ਹੈ, ਜਿਸ ਤੋਂ ਬਾਅਦ ਲੜਾਈ ਖਤਮ ਹੋ ਗਈ ਹੈ। ਬਾਅਦ ਵਿੱਚ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਖਤੀਬਜ਼ਾਦੇ ਨੇ ਬਿਆਨ ਵਿੱਚ ਤਾਲਿਬਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲਿਆਂ ਦੇ ਵਿੱਚ ਹੀ ਗਲਤਫਹਿਮੀ ਲੜਾਈ ਦਾ ਕਾਰਨ ਬਣੀ ਹੈ। ਇੱਕ ਵੀਡੀਓ ਵਿੱਚ ਕਥਿਤ ਤੌਰ ਤੇ ਤਾਲਿਬਾਨ ਫੋਰਸਾਂ ਨੂੰ ਈਰਾਨੀ ਖੇਤਰ ਅੰਦਰ ਦੇਖਿਆ ਗਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤਾਲਿਬਾਨੀ ਲੜਾਕਿਆਂ ਨੇ ਕਈ ਚੌਂਕੀਆਂ ਤੇ ਕਬਜ਼ਾ ਕਰ ਲਿਆ। ਹਾਲਾਂਕਿ ਤਸਨੀਮ ਨੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ। ਹੁਣ ਪੂਰੀ ਦੁਨੀਆ ਓਮਿਕਰੌਨ ਤੋਂ ਡਰਦੀ ਨਜ਼ਰ ਆ ਰਹੀ ਹੈ, ਪਰ ਦੱਖਣੀ ਅਫਰੀਕਾ ਵਿੱਚ ਸਭ ਤੋਂ ਮਾੜੀ ਸਥਿਤੀ ਚੱਲ ਰਹੀ ਹੈ। ਇਸ ਅਫਰੀਕੀ ਦੇਸ਼ ਵਿੱਚ ਵੱਡੀ ਗਿਣਤੀ 'ਚ ਲੋਕ ਕੋਰੋਨਾ ਦੀ ਲਪੇਟ ਵਿੱਚ ਆ ਰਹੇ ਨੇ। ਪੂਰੀ ਦੁਨੀਆ 'ਚ ਕੋਰੋਨਾ ਦਾ ਡਰ ਫਿਰ ਤੋਂ ਵੇਖਿਆ ਜਾ ਰਿਹਾ। ਇੱਕ ਵਾਰ ਫਿਰ ਕਈ ਦੇਸ਼ ਯਾਤਰਾ ਪਾਬੰਦੀ ਵਰਗੇ ਸਖਤ ਫੈਸਲੇ ਲੈਂਦੇ ਨਜ਼ਰ ਆ ਰਹੇ ਨੇ। ਇਹ ਸਭ ਹੋ ਰਿਹਾ ਹੈ ਤੇ ਬਹੁਤ ਸਾਰੀਆਂ ਪਾਬੰਦੀਆਂ ਵਾਪਸ ਆ ਰਹੀਆਂ ਨੇ, ਜਿਸ ਦਾ ਕਾਰਨ ਸਿਰਫ ਓਮਿਕਰੌਨ ਵੇਰੀਐਂਟ ਹੈ। ਦੱਸ ਦਈਏ ਕਿ ਵਰਤਮਾਨ ਵਿੱਚ ਦੁਨੀਆ ਅਫਰੀਕੀ ਦੇਸ਼ਾਂ ਵਿੱਚ ਕੋਰੋਨਾ ਦੇ ਇਸ ਨਵੇਂ ਤੋਂ ਵਧੇਰੇ ਸ਼ਕਤੀਸ਼ਾਲੀ ਰੂਪ ਨੂੰ ਲੈ ਕੇ ਡਰੀ ਹੋਈ ਹੈ। ਹੁਣ ਪੂਰੀ ਦੁਨੀਆ ਓਮਿਕਰੌਨ ਤੋਂ ਡਰੀ ਹੋਈ ਜਾਪ ਰਹੀ ਹੈ, ਪਰ ਦੱਖਣੀ ਅਫਰੀਕਾ ਵਿੱਚ ਸਭ ਤੋਂ ਮਾੜੀ ਸਥਿਤੀ ਚੱਲ ਰਹੀ ਹੈ। ਇਸ ਅਫਰੀਕੀ ਦੇਸ਼ ਵਿੱਚ ਵੱਡੀ ਗਿਣਤੀ 'ਚ ਲੋਕ ਕੋਰੋਨਾ ਦੀ ਲਪੇਟ ਵਿੱਚ ਆ ਰਹੇ ਨੇ। ਸਥਿਤੀ ਬਦਤਰ ਹੈ ਕਿਉਂਕਿ ਜ਼ਿਆਦਾਤਰ ਮਰੀਜ਼ ਓਮਿਕਰੌਨ ਵੇਰੀਐਂਟ ਨਾਲ ਸੰਕਰਮਿਤ ਨੇ ਤੇ ਸਥਿਤੀ ਕਾਫੀ ਚਿੰਤਾਜਨਕ ਹੈ। ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਦੱਖਣੀ ਅਫਰੀਕਾ ਵਿੱਚ ਲੈਵਲ 1 ਲਾਕਡਾਊਨ ਲਗਾਇਆ ਗਿਆ।
ਬਾਜ਼ਾਰ ਬੰਦ, ਸੜਕਾਂ ਸੁਨਸਾਨ ਤੇ ਲੋਕ ਮੁੜ ਆਪਣੇ ਘਰਾਂ ਵਿੱਚ ਕੈਦ ਹੋਏ ਨਜ਼ਰ ਆ ਰਹੇ ਨੇ। ਜਾਣਕਾਰੀ ਲਈ ਦੱਸ ਦਈਏ ਕਿ ਦੱਖਣੀ ਅਫਰੀਕਾ ਵਿੱਚ ਕੁੱਲ 5 ਤਰ੍ਹਾਂ ਦੇ ਲਾਕਡਾਊਨ ਲਗਾਏ ਜਾ ਸਕਦੇ ਨੇ। ਇਸ ਵਿੱਚ ਸਭ ਤੋਂ ਸਖਤ ਲਾਕਡਾਊਨ ਨੂੰ 5ਵੀਂ ਸ਼੍ਰੇਣੀ ਦਾ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਦੱਖਣੀ ਅਫਰੀਕਾ 'ਚ ਫਿਲਹਾਲ ਲਾਕਡਾਊਨ 1 ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੇਕਰ ਹਾਲਾਤ ਵਿਗੜਦੇ ਹਨ ਤਾਂ ਸਰਕਾਰ ਹੋਰ ਸਖਤੀ ਕਰਨ ਬਾਰੇ ਵਿਚਾਰ ਕਰ ਸਕਦੀ ਹੈ। ਫਿਲਹਾਲ ਲੋਕ ਲਾਕਡਾਊਨ ਦੀ ਪਹਿਲੀ ਸ਼੍ਰੇਣੀ ਤੋਂ ਚਿੰਤਿਤ ਨੇ। ਵਪਾਰੀ ਦੱਸ ਰਹੇ ਨੇ ਕਿ ਉਹਨਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਨੁਕਸਾਨ ਇਸ ਲਈ ਵੀ ਹੋ ਰਿਹਾ ਹੈ ਕਿ ਕਈ ਦੇਸ਼ਾਂ ਨੇ ਦੱਖਣੀ ਅਫਰੀਕਾ ਨਾਲ ਯਾਤਰਾ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦੇ ਦੱਖਣੀ ਅਟਲਾਂਟਾ ਵਿੱਚ ਸਥਿਤ ਕਲੇਟਨ ਕਾਉਂਟੀ ਵਿੱਚ ਇੱਕ ਵਿਅਕਤੀ ਨੇ ਇੱਕ ਪੁਲਿਸ ਅਧਿਕਾਰੀ ਸਮੇਤ 4 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਵਾਬੀ ਗੋਲਾਬਾਰੀ 'ਚ ਪੁਲਿਸ ਨੇ ਬੰਦੂਕਧਾਰੀ ਨੂੰ ਢੇਰ ਤਾਂ ਕਰ ਲਿਆ। ਜਾਰਜੀਆ ਜਾਂਚ ਬਿਊਰੋ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਕਲੇਟਨ ਕਾਉਂਟੀ ਪੁਲਿਸ ਨੂੰ ਰੈਕਸ ਵਿੱਚ ਸਥਿਤ ਇੱਕ ਘਰ 'ਚ ਘਰੇਲੂ ਵਿਵਾਦ ਦੇ ਸੰਬੰਧ ਵਿੱਚ ਐਮਰਜੈਂਸੀ ਸੇਵਾ ਨੰਬਰ 911 ਤੇ ਫੋਨ ਆਇਆ। ਇਸ ਤੋਂ ਬਾਅਦ ਕੁਝ ਹੋਰ ਫੋਨ ਆਏ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਘਟਨਾ ਵਾਲੀ ਥਾਂ ਤੇ ਗੋਲਾਬਾਰੀ ਹੋਈ ਹੈ। ਜਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਦਾ ਸਾਹਮਣਾ ਇੱਕ ਹਥਿਆਰਬੰਦ ਵਿਅਕਤੀ ਨਾਲ ਹੋਇਆ ਜਿਸ ਨੇ ਉਹਨਾਂ ਤੇ ਗੋਲਾਬਾਰੀ ਕਰ ਦਿੱਤੀ। ਇਸ ਗੋਲਾਬਾਰੀ ਵਿੱਚ ਪੁਲਿਸ ਅਧਿਕਾਰੀ ਹੈਨਰੀ ਲੈਕਸਨ ਦੀ ਮੌਤ ਹੋ ਗਈ ਜਦਕਿ ਦੂਜਾ ਅਫਸਰ ਜ਼ਖਮੀ ਹੋ ਗਿਆ। ਜੀਬੀਆਈ ਨੇ ਕਿਹਾ ਕਿ ਪੁਲਿਸ ਨੇ ਜਵਾਬੀ ਗੋਲਾਬਾਰੀ ਕੀਤੀ ਜਿਸ ਵਿੱਚ ਮੌਕੇ ਤੇ ਹੀ ਹਥਿਆਰਬੰਦ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੇ 2 ਮਹਿਲਾਵਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਦਕਿ 12 ਸਾਲਾ ਲੜਕੀ ਨੂੰ ਜ਼ਖਮੀ ਕਰ ਦਿੱਤਾ। ਜੀਬੀਆਈ ਨੇ ਬੰਦੂਕਧਾਰੀ ਅਤੇ ਮ੍ਰਿਤਕ ਮਹਿਲਾਵਾਂ ਦਾ ਨਾਂ ਨਹੀਂ ਦੱਸਿਆ। ਇੱਕ ਖਬਰ ਮੁਤਾਬਕ ਕਲੇਟਨ ਕਾਉਂਟੀ ਦੇ ਪੁਲਿਸ ਮੁਖੀ ਕੇਵਿਨ ਰਾਬਰਟਸ ਨੇ ਦੱਸਿਆ ਕਿ ਬੱਚੇ ਦੀ ਹਾਲਤ ਨਾਜ਼ੁਕ ਹੈ ਪਰ ਉਸ ਦੀ ਸਥਿਤੀ ਸਥਿਰ ਹੈ। ਜ਼ਖਮੀ ਪੁਲਿਸ ਅਧਿਕਾਰੀ ਦੀ ਪਛਾਣ ਐਲੈਕਸ ਚਾਂਡਲਰ ਦੇ ਤੌਰ ਤੇ ਹੋਈ ਹੈ ਅਤੇ ਉਹਨਾਂ ਦੇ ਬਚਣ ਦੀ ਉਮੀਦ ਹੈ। ਰੂਸ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੇ ਕੁਝ ਡਿਪਲੋਮੈਟਾਂ ਨੂੰ ਅਗਲਾ ਮਹੀਨਾ ਖਤਮ ਹੋਣ ਤੋਂ ਪਹਿਲਾਂ ਭਾਵ 31 ਜਨਵਰੀ ਤੱਕ ਦੇਸ਼ ਛੱਡ ਦੇਣਾ ਹੋਏਗਾ। ਰੂਸ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਨ ਮਾਰੀਆ ਨੇ ਕਿਹਾ ਕਿ ਅਮਰੀਕੀ ਦੂਤਘਰ ਦੇ ਅਜਿਹਾ ਕਰਮਚਾਰੀ ਜਿਨ੍ਹਾਂ ਨੂੰ ਰੂਸ ਵਿੱਚ 3 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਉਹਨਾਂ ਨੂੰ 31 ਜਨਵਰੀ ਤੱਕ ਦੇਸ਼ ਛੱਡਣਾ ਹੋਏਗਾ। ਉਹਨਾਂ ਨੇ ਕਿਹਾ ਕਿ ਰੂਸ ਦੀ ਇਹ ਮੰਗ ਅਮਰੀਕੀ ਕਾਰਵਾਈ ਦੇ ਬਦਲੇ 'ਚ ਹੈ ਜਿਸ ਵਿੱਚ ਰੂਸ ਦੇ 55 ਡਿਪਲੋਮੈਟਾਂ ਨੂੰ ਦੇਸ਼ ਛੱਡਣ ਨੂੰ ਲੈ ਕੇ ਕਿਹਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਅਸੀਂ ਅਮਰੀਕਾ ਦੀ ਮੰਗ ਨੂੰ ਕੱਢੇ ਜਾਣ ਦੇ ਰੂਪ 'ਚ ਵੇਖਦੇ ਹਾਂ ਅਤੇ ਇਸ ਦਾ ਉਸੇ ਤਰੀਕੇ ਨਾਲ ਜਵਾਬ ਦੇਵਾਂਗੇ। ਵਾਸ਼ਿੰਗਟਨ ਵਿੱਚ ਰੂਸ ਦੇ ਰਾਜਦੂਤ ਐਨਤੋਲੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ 23 ਜਨਵਰੀ ਤੱਕ ਰੂਸ ਦੇ 27 ਡਿਪਲੋਮੈਟਾਂ ਨੂੰ ਦੇਸ਼ ਛੱਡਣਾ ਹੋਏਗਾ ਤੇ ਇਸ ਦੇ 6 ਮਹੀਨੇ ਬਾਅਦ ਇੰਨੀ ਹੀ ਗਿਣਤੀ 'ਚ ਡਿਪਲੋਮੈਟਾਂ ਨੂੰ ਫਿਰ ਜਾਣਾ ਹੋਏਗਾ। ਉਹਨਾਂ ਨੇ ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਉਸ ਤਰਕ ਨੂੰ ਖਾਰਜ ਕਰ ਦਿੱਤਾ ਸੀ ਕਿ ਰੂਸੀ ਡਿਪਲੋਮੈਟਾਂ ਨੂੰ ਇਸ ਲਈ ਜਾਣਾ ਹੋਏਗਾ ਕਿਉਂਕਿ ਉਹਨਾਂ ਦਾ ਵੀਜ਼ਾ ਖਤਮ ਹੋ ਰਿਹਾ। ਐਂਤਨੋਵ ਨੇ ਕਿਹਾ ਕਿ ਵੀਜ਼ੇ ਦੀ ਮਿਆਦ ਵਧਾਉਣ ਨਾਲ ਅਮਰੀਕਾ ਦਾ ਇਨਕਾਰ ਡਿਪਲੋਮੈਟਾਂ ਤੇ ਕੱਢੇ ਜਾਣ ਦੇ ਤੌਰ ਤੇ ਵੇਖਿਆ ਜਾਏਗਾ। ਸਾਊਥ ਹਾਲ ਦੇ ਰਹਿਣ ਵਾਲੇ 16 ਸਾਲਾ ਸਿੱਖ ਨੌਜਵਾਨ ਰਸ਼ਮੀਤ ਸਿੰਘ ਦੀ ਹੱਤਿਆ ਸੰਬੰਧੀ ਪੁਲਿਸ ਨੇ ਇੱਕ 19 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਰਸ਼ਮੀਤ ਸਿੰਘ ਦੀ ਲੰਘੇ ਬੁੱਧਵਾਰ ਨੂੰ ਰਾਤ 9:07 ਤੇ ਰਾਲੇ ਰੋਡ ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰਸ਼ਮੀਤ ਸਿੰਘ ਦਾ ਆਪਣੀ ਅਪਾਹਜ ਮਾਂ ਦਾ ਖਿਆਲ ਰੱਖਦਾ ਸੀ ਜਿਸ ਦੀ ਦੇਖਭਾਲ ਲਈ ਹੁਣ ਭਾਈਚਾਰੇ ਵੱਲੋਂ ਮਦਦ ਇਕੱਠੀ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਪਹਿਚਾਣ ਲਈ ਲੋਕਾਂ ਤੋਂ ਪੁਲਿਸ ਨੇ ਮੁੜ ਮਦਦ ਮੰਗੀ ਹੈ। ਇਸ ਸਾਲ ਹੁਣ ਤੱਕ ਲੰਡਨ 'ਚ 28 ਨੌਜਵਾਨਾਂ ਦੇ ਕਤਲ ਹੋ ਚੁੱਕੇ ਨੇ। ਚਾਕੂ ਮਾਰਨ ਦੀਆਂ ਘਟਨਾਵਾਂ ਵਧਣ ਨਾਲ ਪੁਲਿਸ ਤੇ ਦਿਨੋਂ ਦਿਨ ਦਬਾਅ ਵੱਧ ਰਿਹਾ ਹੈ। ਇਕਨੋਮਿਸਟ ਇੰਟੈਲੀਜੈਂਸ ਯੂਨਿਟ ਯਾਨੀ ਕਿ EIU ਨੇ ਦੁਨੀਆ ਭਰ ਦੇ ਸ਼ਹਿਰਾਂ ਨੂੰ ਰਹਿਣ ਦੇ ਆਧਾਰ ਤੇ ਰੈਂਕਿੰਗ ਕੀਤੀ ਹੈ। ਇਸ ਰੈਂਕਿੰਗ ਵਿੱਚ ਇਜ਼ਰਾਈਲ ਦੇ ਤੇਲ ਅਵੀਵ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਦੱਸਿਆ ਗਿਆ। ਦੁਨੀਆ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਇੱਥੇ ਰਹਿਣ ਦੀ ਕੀਮਤ ਬਹੁਤ ਜ਼ਿਆਦਾ ਹੈ। ਇਸ ਵਾਰ ਤੇਲ ਅਵੀਵ ਪਹਿਲਾਂ ਦੀ ਰਿਪੋਰਟ ਦੇ ਮੁਕਾਬਲੇ 5 ਸਥਾਨ ਚੜ੍ਹ ਕੇ ਪਹਿਲੇ ਨੰਬਰ ਤੇ ਆ ਗਿਆ ਹੈ। ਇਹ ਵਿਸ਼ਵ ਵਿਆਪੀ ਰਹਿਣ ਸਹਿਣ ਦੀ ਲਾਗਤ ਸੂਚਕਾਂਕ 173 ਸ਼ਹਿਰਾਂ ਵਿੱਚ ਵਸਤੂਆਂ ਅਤੇ ਸੇਵਾਵਾਂ ਲਈ ਅਮਰੀਕੀ ਡਾਲਰ ਵਿੱਚ ਕੀਮਤਾਂ ਦੀ ਤੁਲਨਾ ਦੇ ਆਧਾਰ ਤੇ ਜਾਰੀ ਕੀਤਾ ਗਿਆ ਹੈ। ਇਸ ਰੈਂਕਿੰਗ 'ਚ ਸੀਰੀਆ ਦੀ ਰਾਜਧਾਨੀ ਦਮਿਸ਼ਕ ਨੂੰ ਰਹਿਣ ਲਈ ਦੁਨੀਆ ਦਾ ਸਭ ਤੋਂ ਸਸਤਾ ਸ਼ਹਿਰ ਦੱਸਿਆ ਗਿਆ ਹੈ। ਸਸਤੇ ਸ਼ਹਿਰਾਂ ਦੀ ਦਰਜਾਬੰਦੀ ਵਿੱਚ ਲੀਬੀਆ ਦਾ ਤ੍ਰਿਪੋਲੀ, ਉਜ਼ਬੇਕਿਸਤਾਨ ਦਾ ਤਾਸ਼ਕੰਦ, ਟਿਊਨੀਸ਼ੀਆ ਦਾ ਟਿਊਨਿਸ, ਕਾਜ਼ਕਿਸਤਾਨ ਦਾ ਅਲਾਟਮੀ, ਪਾਕਿਸਤਾਨ ਦਾ ਕਰਾਚੀ, ਭਾਰਤ ਦਾ ਅਹਿਮਦਾਬਾਦ, ਅਲਜੀਰੀਆ ਦਾ ਅਲਜੀਰੀਅਰਜ਼ ਆਦਿ ਸ਼ਾਮਲ ਨੇ। ਤੇਲ ਅਵੀਵ ਨੂੰ ਆਪਣੀ ਰਾਸ਼ਟਰੀ ਮੁਦਰਾ ਸ਼ੇਕੇਲ, ਆਵਾਜਾਈ ਅਤੇ ਘਰੇਲੂ ਸਮਾਨ ਦੀਆਂ ਕੀਮਤਾਂ ਵਿੱਚ ਡਾਲਰ ਦੇ ਮੁਕਾਬਲੇ ਵਧੇਰੇ ਕਾਰਨ ਦਰਜਾਬੰਦੀ ਵਿੱਚ ਸਥਾਨ ਮਿਲਿਆ ਹੈ। ਦਰਜਾਬੰਦੀ ਵਿੱਚ ਪੈਰਿਸ ਅਤੇ ਸਿੰਗਾਪੁਰ ਸਾਂਝੇ ਤੌਰ ਤੇ ਦੂਜੇ ਸਥਾਨ ਤੇ ਨੇ।
ਇਸ ਤੋਂ ਬਾਅਦ ਜ਼ਿਊਰਿਖ ਅਤੇ ਹਾਂਗਕਾਂਗ ਦਾ ਨੰਬਰ ਆਉਂਦਾ ਹੈ। ਇਸ ਦੇ ਨਾਲ ਹੀ ਨਿਊਯਾਰਕ ਨੂੰ 6ਵਾਂ ਜਦਕਿ ਜਨੇਵਾ ਨੂੰ 7ਵਾਂ ਸਥਾਨ ਮਿਲਿਆ। ਲਾਸ ਏਂਜਲਸ 9ਵੇਂ ਸਥਾਨ ਤੇ ਅਤੇ ਜਾਪਾਨ ਦਾ ਓਸਾਕਾ ਸ਼ਹਿਰ 10ਵੇਂ ਸਥਾਨ ਤੇ ਹੈ। ਪਿਛਲੇ ਸਾਲ ਦੇ ਸਰਵੇਖਣ ਵਿੱਚ ਪੈਰਿਸ, ਜ਼ਿਊਰਿਖ ਅਤੇ ਹਾਂਗਕਾਂਗ ਸਾਂਝੇ ਤੌਰ ਤੇ ਪਹਿਲੇ ਸਥਾਨ ਤੇ ਸਨ। ਇਸ ਸਾਲ ਦਾ ਅੰਕੜਾ ਅਗਸਤ ਅਤੇ ਸਤੰਬਰ ਦਾ ਲਿਆ ਗਿਆ ਹੈ, ਜਦੋਂ ਦੁਨੀਆ ਭਰ ਵਿੱਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਇਸ ਅਨੁਸਾਰ ਸਥਾਨਕ ਕੀਮਤਾਂ ਵਿੱਚ ਔਸਤਨ 3.5% ਦਾ ਵਾਧਾ ਹੋਇਆ ਹੈ, ਜੋ ਪਿਛਲੇ 5 ਸਾਲਾਂ ਵਿੱਚ ਸਭ ਤੋਂ ਤੇਜ਼ ਮਹਿੰਗਾਈ ਦਰ ਹੈ। EIU ਦੇ ਵਿਸ਼ਵ ਵਿਆਪੀ ਲਾਗਤ ਦੀ ਹੈੱਡ ਉਪਾਸਨਾ ਦੱਤ ਦੇ ਅਨੁਸਾਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਨੇ ਚੀਜ਼ਾਂ ਦੀ ਸਪਲਾਈ ਵਿੱਚ ਵਿਘਨ ਪਾਇਆ, ਜਿਸ ਨਾਲ ਕੀਮਤਾਂ ਵਿੱਚ ਵਾਧਾ ਹੋਇਆ। ਫੇਸਬੁੱਕ ਦੇ ਇਨਸਟੈਂਟ ਮੈਸੇਜਿੰਗ ਐਪ WhatsApp ਕਾਫੀ ਮਸ਼ਹੂਰ ਹੈ। ਇਸ ਕਾਰਨ ਕਈ ਲੋਕ WhatsApp ਦਾ ਗਲਤ ਫਾਇਦਾ ਵੀ ਉਠਾਉਂਦੇ ਨੇ। ਕੰਪਨੀ ਸਮੇਂ-ਸਮੇਂ ਤੇ ਇਹਨਾਂ WhatsApp ਖਾਤਿਆਂ ਤੇ ਕਾਰਵਾਈ ਕਰਦੀ ਰਹਿੰਦੀ ਹੈ। ਹੁਣ ਇੱਕ ਵਾਰ ਫਿਰ WhatsApp ਨੇ ਇਸ ਪਲੇਟਫਾਰਮ ਦੀ ਦੁਰਵਰਤੋਂ ਕਰਨ ਵਾਲੇ 20 ਲੱਖ ਤੋਂ ਵੱਧ ਖਾਤਿਆਂ ਤੇ ਕਾਰਵਾਈ ਕੀਤੀ ਹੈ। ਕੰਪਨੀ ਨੇ ਅਕਤੂਬਰ ਦੀ ਪਾਲਣਾ ਰਿਪੋਰਟ ਵਿੱਚ ਕਿਹਾ ਹੈ ਕਿ ਉਸ ਨੂੰ ਅਕਤੂਬਰ ਮਹੀਨੇ ਵਿੱਚ 500 ਸ਼ਿਕਾਇਤਾਂ ਮਿਲਣੀਆਂ ਚਾਹੀਦੀਆਂ ਹਨ। ਤਾਜ਼ਾ ਰਿਪੋਰਟ ਮੁਤਾਬਕ WhatsApp ਨੇ ਇਸ ਸਮੇਂ ਦੌਰਾਨ 2,69,000 ਭਾਰਤੀ ਖਾਤਿਆਂ ਤੇ ਪਾਬੰਦੀ ਲਗਾ ਦਿੱਤੀ ਹੈ। WhatsApp ਇੱਕ ਭਾਰਤੀ ਖਾਤੇ ਵਜੋਂ 91 ਨਾਲ ਸ਼ੁਰੂ ਹੋਣ ਵਾਲੇ ਇੱਕ ਫੋਨ ਨੰਬਰ ਤੇ ਕਾਲ ਕਰਦਾ ਹੈ। WhatsApp ਦੇ ਬੁਲਾਰੇ ਨੇ ਕਿਹਾ ਕਿ WhatsApp ਐਂਡ-ਟੂ-ਐਂਡ ਐਨਕ੍ਰਿਪਟਡ ਮੈਸੇਜਿੰਗ ਸੇਵਾਵਾਂ ਲਈ ਦੁਰਵਿਵਹਾਰ ਨੂੰ ਰੋਕਣ ਵਿੱਚ ਉਦਯੋਗ ਦਾ ਮੋਹਰੀ ਹੈ। ਇਸ ਦੇ ਲਈ WhatsApp ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਆਧੁਨਿਕ ਟੈਕਨੋਲੋਜੀ ਵਿੱਚ ਲਗਾਤਾਰ ਨਿਵੇਸ਼ ਕਰ ਰਿਹਾ। ਇਸ ਤੋਂ ਇਲਾਵਾ ਕੰਪਨੀ ਡੇਟਾ ਵਿਗਿਆਨੀਆਂ ਅਤੇ ਮਾਹਰਾਂ ਤੇ ਵੀ ਨਿਵੇਸ਼ ਕਰਦੀ ਹੈ ਤਾਂ ਜੋ ਇਸ ਪਲੇਟਫਾਰਮ ਤੇ ਉਪਭੋਗਤਾ ਸੁਰੱਖਿਅਤ ਰਹਿਣ। WhatsApp ਦੇ ਬੁਲਾਰੇ ਨੇ ਅੱਗੇ ਕਿਹਾ ਕਿ IT ਨਿਯਮ 2021 ਦੇ ਤਹਿਤ ਕੰਪਨੀ ਨੇ 5ਵੀਂ ਵਾਰ ਮਹੀਨਾਵਾਰ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਹ ਰਿਪੋਰਟ ਅਕਤੂਬਰ ਮਹੀਨੇ ਦੀ ਹੈ। WhatsApp ਨੇ ਪਹਿਲਾਂ ਕਿਹਾ ਸੀ ਕਿ 95% ਦੀ ਪਾਬੰਦੀ ਸਵੈ ਚਲਿਤ ਜਾਂ ਬਲਕ ਮੈਸੇਜਿੰਗ ਦੀ ਅਣਅਧਿਕਾਰਤ ਵਰਤੋਂ ਲਈ ਹੈ। WhatsApp ਹਰ ਮਹੀਨੇ ਗਲੋਬਲ ਔਸਤ ਵਿੱਚ 8 ਮਿਲੀਅਨ ਤੋਂ ਵੱਧ ਖਾਤਿਆਂ ਨੂੰ ਬੈਨ ਕਰਦਾ ਹੈ। ਸਤੰਬਰ 'ਚ ਵੀ WhatsApp ਨੇ 20 ਲੱਖ ਤੋਂ ਜ਼ਿਆਦਾ ਖਾਤਿਆਂ ਤੇ ਪਾਬੰਦੀ ਲਗਾ ਦਿੱਤੀ ਸੀ। ਇਸੇ ਦੌਰਾਨ 560 ਸ਼ਿਕਾਇਤਾਂ ਪ੍ਰਾਪਤ ਹੋਈਆਂ। ਦੱਸਦੀ ਹੈ ਕਿ IT ਨਿਯਮਾਂ ਦੇ ਮੁਤਾਬਕ 50 ਲੱਖ ਤੋਂ ਜ਼ਿਆਦਾ ਯੂਜ਼ਰਸ ਵਾਲੇ ਡਿਜੀਟਲ ਮੀਡੀਆ ਪਲੇਟਫਾਰਮ ਨੂੰ ਹਰ ਮਹੀਨੇ ਕੰਪਲਾਇੰਸ ਰਿਪੋਰਟ ਜਾਰੀ ਕਰਨੀ ਪੈਂਦੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟਰੇਸ ਨੇ ਸੱਦਾ ਦਿੱਤਾ ਹੈ ਕਿ ਸੈਰ ਸਪਾਟੇ ਨੂੰ ਮੁੜ ਲਈ ਉੱਤੇ ਲਿਆਉਣ ਲਈ ਅਜਿਹੇ ਕਦਮ ਚੁੱਕੇ ਜਾਣ ਜੋ ਵਾਤਾਵਰਣ ਪੱਖੀ ਹੋਣ। ਜ਼ਿਕਰਯੋਗ ਹੈ ਕਿ ਕੋਵਿਡ ਮਹਾਮਾਰੀ ਕਾਰਨ ਸੈਰ ਸਪਾਟਾ ਸਨਅਤ ਬੇਹੱਦ ਪ੍ਰਭਾਵਿਤ ਹੋਈ ਹੈ। ਉਹਨਾਂ ਨੇ ਕਿਹਾ, ਜਿਵੇਂ ਅਸੀਂ ਹੁਣ ਮਹਾਮਾਰੀ ਤੋਂ ਉੱਭਰ ਰਹੇ ਹਾਂ, ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਇਸ ਨੂੰ ਸੈਰ ਸਪਾਟੇ ਬਾਰੇ ਆਪਣੀਆਂ ਰਣਨੀਤੀਆਂ ਮੁੜ ਤੋਂ ਵਿਚਾਰਨ ਦੀ ਲੋੜ ਪਏਗੀ। ਇਸ ਤੋਂ ਇਲਾਵਾ ਸਮਾਜਿਕ, ਆਰਥਿਕ ਤੇ ਕੁਦਰਤੀ ਸਰੋਤਾਂ ਦੇ ਪੱਖ ਤੋਂ ਵੀ ਸੋਚਣਾ ਪਏਗਾ। ਗ੍ਰੀਨ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ ਪਏਗਾ। ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਸੈਕਟਰ ਜਿਵੇਂ ਕਿ ਹਵਾਈ ਤੇ ਸਮੁੰਦਰੀ ਆਵਾਜਾਈ ਤੋਂ ਕਾਰਬਨ ਨਿਕਾਸੀ ਸਿਫਰ ਕਰਨੀ ਪਏਗੀ। ਹਰ ਵਰਗ ਨੂੰ ਸੈਰ ਸਪਾਟਾ ਸੈਕਟਰ ਦਾ ਹਿੱਸਾ ਬਣਾਉਣਾ ਪਏਗਾ। ਅਜਿਹੇ ਕਦਮ ਚੁੱਕਣੇ ਪੈਣਗੇ ਜੋ ਕਿ ਹਾਸ਼ੀਏ ਉੱਤੇ ਧੱਕੇ ਵਰਗਾਂ ਲਈ ਸਹਾਈ ਹੋਣ। ਲਿੰਗ ਬਰਾਬਰੀ ਲਈ ਕੰਮ ਕਰਨ ਤੇ ਅੰਤਰ ਸੱਭਿਆਚਾਰਕ ਸਮਝ ਨੂੰ ਵਿਕਸਿਤ ਕਰਨ। ਇਸ ਦਾ ਮਤਲਬ ਹੈ ਕਿ ਟਿਕਾਊ ਸੈਰ ਸਪਾਟਾ ਜੋ ਸਾਡੇ ਗ੍ਰਹਿ ਨੂੰ ਵੀ ਬਚਾਏ ਤੇ ਟਿਕਾਊ ਵਿਕਾਸ 2030 ਦੇ ਏਜੰਡੇ ਉੱਤੇ ਖਰਾ ਉਤਰੇ। ਨਵੇਂ ਵਾਇਰਸ ਓਮਿਕਰੌਨ ਦੇ ਜ਼ੋਖਮ ਦੇ ਬਾਵਜੂਦ ਫਿਜੀ ਨੇ ਸੈਲਾਨੀਆਂ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਰੀਬ 600 ਦਿਨਾਂ ਮਗਰੋਂ ਮੁਲਕ ਨੇ ਸੈਲਾਨੀਆਂ ਲਈ ਦਰਵਾਜ਼ੇ ਖੋਲ੍ਹੇ ਨੇ। ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਖੇਤਰ ਦਾ ਮੁਲਕ ਫਿਜੀ ਦੁੱਧ ਚਿੱਟੀ ਰੇਤ ਦੇ ਆਪਣੇ ਬੀਚਾਂ ਲਈ ਸੰਸਾਰ ਭਰ ਵਿੱਚ ਮਸ਼ਹੂਰ ਹੈ। ਫਿਜੀ ਦੀ ਆਰਥਿਕਤਾ ਨੂੰ ਵੀ ਕਰੋਨਾ ਕਾਰਨ ਵੱਡਾ ਝਟਕਾ ਲੱਗਾ ਹੈ। ਸੈਲਾਨੀਆਂ ਦੀ ਪਹਿਲੀ ਉਡਾਣ ਸਿਡਨੀ ਤੋਂ ਆਈ ਤੇ ਅਗਲੇ ਦਿਨਾਂ ਵਿੱਚ ਅਮਰੀਕਾ ਤੋਂ ਵੀ ਉਡਾਣਾਂ ਆਉਣਗੀਆਂ। ਕਾਬੁਲ 'ਚ ਰੂਸੀ ਰਾਜਦੂਤ ਦਮਿਤਰੀ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਅਫਗਾਨਿਸਤਾਨ 'ਚ ਅਸਰਦਾਰ ਤਰੀਕੇ ਨਾਲ ਅੱਤਵਾਦ ਨਾਲ ਲੜਨ ਵਿੱਚ ਕਾਫੀ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਉਹਨਾਂ ਕੋਲ ਆਰਥਿਕ ਵਸੀਲਿਆਂ ਦੀ ਕਮੀ ਹੈ। ਇਸੇ ਦੌਰਾਨ 3 ਰੂਸੀ ਜਹਾਜ਼ਾਂ ਨੇ ਕਾਬੁਲ ਏਅਰਪੋਰਟ ਤੇ ਮਨੁੱਖੀ ਸਹਾਇਤਾ ਪਹੁੰਚਾਈ ਹੈ ਤੇ 214 ਰੂਸੀ ਨਾਗਰਿਕਾਂ ਤੇ ਰੂਸ 'ਚ ਪੜ ਰਹੇ ਅਫਗਾਨੀ ਵਿਦਿਆਰਥੀਆਂ ਨੂੰ ਆਪਣੇ ਨਾਲ ਮਾਸਕੋ ਲੈ ਗਏ ਨੇ। ਦੱਸਿਆ ਜਾਂਦਾ ਹੈ ਕਿ ਇਹਨਾਂ 'ਚ ਵਧੇਰੇ ਕਿਰਗਿਸਤਾਨ ਦੇ ਰਹਿਣ ਵਾਲੇ ਲੋਕ ਨੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮ ਤੇ ਇਹ ਕਦਮ ਚੁੱਕਿਆ ਗਿਆ ਹੈ। ਰੂਸੀ ਰੱਖਿਆ ਮੰਤਰਾਲੇ ਮੁਤਾਬਕ ਮਾਸਕੋ ਤੋਂ ਆਏ 3 ਰੂਸੀ ਜਹਾਜ਼ਾਂ ਸੈਕਿੰਡ 76 ਤੋਂ ਕਾਬੁਲ ਏਅਰਪੋਰਟ ਤੇ ਮਨੁੱਖੀ ਸਹਾਇਤਾ ਪਹੁੰਚਾਈ ਗਈ ਹੈ। ਨਾਲ ਹੀ 2014 ਰੂਸੀ ਨਾਗਰਿਕਾਂ ਤੇ ਰੂਸ ਵਿੱਚ ਸਿੱਖਿਆ ਹਾਸਲ ਕਰ ਰਹੇ ਅਫਗਾਨੀ ਵਿਦਿਆਰਥੀਆਂ ਨੂੰ ਵਾਪਸ ਮਾਸਕੋ ਲਿਜਾਇਆ ਗਿਆ। ਇਸੇ ਦੌਰਾਨ ਸਪੁਤਨਿਕ ਨੇ ਰੂਸੀ ਰਾਜਦੂਤ ਨੇ ਹਵਾਲੇ ਨਾਲ ਕਿਹਾ ਹੈ ਕਿ ਸਤੰਬਰ ਦੇ ਮਹੀਨੇ ਤੋਂ ਤਾਲਿਬਾਨ ਦੇ
ਕਬਜ਼ੇ ਵਾਲੇ ਕਾਬੁਲ ਵਿੱਚ ਅੱਤਵਾਦੀ ਸੰਗਠਨ ਅੰਡਰਗਰਾਉਂਡ ਹੋਏ ਹਨ। ਉਹ ਆਪਣੀ ਥਾਂ ਬਾਰ-ਬਾਰ ਬਦਲ ਰਹੇ ਨੇ। ਇਸ ਹਾਲਾਤ ਵਿੱਚ ਵਿੱਤੀ ਸੰਕਟ ਕਾਰਨ ਤਾਲਿਬਾਨ ਨੂੰ ਇਹਨਾਂ ਅੱਤਵਾਦੀ ਸਰਗਰਮੀਆਂ ਤੇ ਕਾਬੂ ਪਾਉਣ 'ਚ ਕਾਫੀ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਦੀ ਬੈਂਕਿੰਗ ਪ੍ਰਣਾਲੀ ਵੀ ਠੱਪ ਪੈ ਚੁੱਕੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਆਖਿਆ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਰੱਖੀ ਪਾਸਪੋਰਟ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ। ਉਹ ਆਪਣੇ ਕੁਝ ਸਾਥੀਆਂ ਸਣੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਨੇ। ਸਰਹੱਦ ਪਾਰ ਪੁੱਜਣ ਤੇ PSGPC ਦੇ ਪ੍ਰਧਾਨ ਆਮਿਰ ਸਿੰਘ ਤੇ ਔਕਾਫ ਬੋਰਡ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਜੀ ਆਇਆਂ ਆਖਿਆ। ਵਾਪਸ ਪਰਤਣ ਮਗਰੋਂ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉੱਥੇ ਔਕਾਫ ਬੋਰਡ ਅਤੇ PSGPC ਦੇ ਅਧਿਕਾਰੀਆਂ ਨਾਲ ਵੀ ਇਸ ਬਾਰੇ ਗੱਲਬਾਤ ਹੋਈ ਸੀ। ਉਹਨਾਂ ਦੋਵੇਂ ਸਰਕਾਰਾਂ ਨੂੰ ਆਖਿਆ ਹੈ ਕਿ ਉਹ ਸ਼ਰਧਾਲੂਆਂ ਲਈ ਦਰਸ਼ਨ ਕਰਨ ਵਾਸਤੇ ਜਾਣ ਦੇ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ। ਉਹਨਾਂ ਨੇ ਕਿਹਾ ਕਿ ਇੱਥੇ ਆਉਣ ਲਈ ਰੱਖੀ ਗਈ ਲਾਂਘਾ ਫੀਸ ਅਤੇ ਪਾਸਪੋਰਟ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ। ਦੋਵੇਂ ਸਰਕਾਰਾਂ ਇਸ ਮਾਮਲੇ ਤੇ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਨ। ਇਸ ਦੌਰਾਨ ਉਹਨਾਂ ਗੁਰਦੁਆਰੇ ਵਿੱਚ ਇੱਕ ਮਾਡਲ ਵੱਲੋਂ ਕੀਤੇ ਗਏ ਫੋਟੋ ਸ਼ੂਟ ਨਾਲ ਹੋਈ ਮਰਿਆਦਾ ਦੀ ਉਲੰਘਣਾ ਦਾ ਮਾਮਲਾ ਵੀ ਵਿਚਾਰਿਆ। ਉਹਨਾਂ ਨੇ ਦੱਸਿਆ ਕਿ PSGPC ਵੱਲੋਂ ਮਾਡਲ ਅਤੇ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ ਕਿ ਉਸਨੇ 136 ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵੀਜ਼ਾ ਜਾਰੀ ਕੀਤਾ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤੀ ਸ਼ਰਧਾਲੂਆਂ ਦਾ ਇੱਕ ਸਮੂਹ ਸਿੰਧ ਤੋਂ 4 ਦਸੰਬਰ ਤੋਂ 15 ਦਸੰਬਰ ਤੱਕ ਸਿੰਧ ਦੇ ਸ਼ਾਦਾਨੀ ਦਰਬਾਰ ਹਯਾਤ ਪਿਤਾਫੀ ਦੇ ਸ਼ਿਵ ਅਵਤਾਰੀ ਸਤਿਗੁਰੂ ਸੰਤ ਸ਼ਾਦਾ ਰਾਮ ਸਾਹਿਬ ਦੇ 313ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸ਼ਾਦਾਨੀ ਪਾਕਿਸਤਾਨ ਜਾ ਰਹੇ ਨੇ। ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, ਨਵੀਂ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਨੇ 136 ਭਾਰਤੀ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਵੀਜ਼ਾ ਜਾਰੀ ਕੀਤਾ ਹੈ। ਇਹ ਇੱਕ ਪਵਿੱਤਰ ਸਥਾਨ ਹੈ। ਸ਼ਾਦਾਨੀ ਦਰਬਾਰ ਦੀ ਸਥਾਪਨਾ 1786 ਵਿੱਚ ਸੰਤ ਸ਼ਾਦਾ ਰਾਮ ਸਾਹਿਬ ਨੇ ਕੀਤੀ ਸੀ। ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ, ਹਿੰਦੂ ਅਤੇ ਸਿੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਵੀਜ਼ਾ ਜਾਰੀ ਕਰਨਾ ਧਾਰਮਿਕ ਸਥਾਨਾਂ ਦੀ ਯਾਤਰਾ ਦੀ ਸਹੂਲਤ ਲਈ ਪਾਕਿਸਤਾਨ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਅਨੁਰੂਪ ਹੈ। ਹਾਈ ਕਮਿਸ਼ਨ ਨੇ ਅੱਗੇ ਕਿਹਾ, ਇਹ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਲਈ ਪਾਕਿਸਤਾਨ ਦੇ ਸਨਮਾਨ ਅਤੇ ਅੰਤਰ ਧਾਰਮਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੀ ਦਰਸਾਉਂਦਾ ਹੈ। ਖੇਤੀ ਕਾਨੂੰਨ ਰੱਦ ਕਰਨ ਦੇ ਸੰਵਿਧਾਨਕ ਅਮਲ ਨੂੰ ਮੁਕੰਮਲ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤਿੰਨੋਂ ਕਾਨੂੰਨ ਰੱਦ ਕਰਨ ਵਾਲੇ ਬਿੱਲ ਤੇ ਦਸਤਖਤ ਕਰ ਦਿੱਤੇ ਨੇ। ਰਾਸ਼ਟਰਪਤੀ ਦੇ ਦਸਤਖਤ ਤੋਂ ਬਾਅਦ ਤਿੰਨੋਂ ਵਿਵਾਦਤ ਕਾਨੂੰਨ ਅਧਿਕਾਰਤ ਤੌਰ ਤੇ ਰੱਦ ਹੋ ਗਏ ਨੇ। ਕੇਂਦਰ ਨੇ ਬੁੱਧਵਾਰ ਨੂੰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਨੋਟੀਫਾਈ ਕਰ ਦਿੱਤਾ। ਕਾਨੂੰਨ ਤੇ ਨਿਆਂ ਮੰਤਰਾਲੇ ਵੱਲੋਂ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਖੇਤੀ ਕਾਨੂੰਨ ਵਾਪਸੀ ਐਕਟ 2021 ਨੂੰ 3 ਨਵੰਬਰ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲ ਗਈ ਹੈ। ਸੰਸਦ ਦੇ ਸਰਦ ਰੁੱਤ ਦਾ ਇਜਲਾਸ ਸ਼ੁਰੂ ਹੁੰਦਿਆਂ ਹੀ ਭਾਵ ਲੰਘੇ ਸੋਮਵਾਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੇ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਸੀ। ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਬਿੱਲ ਨੂੰ 4 ਮਿੰਟ ਦੇ ਰਿਕਾਰਡ ਸਮੇਂ ਵਿੱਚ ਹੇਠਲੇ ਸਦਨ ਵਿੱਚੋਂ ਬਿਨਾਂ ਚਰਚਾ ਦੇ ਪਾਸ ਕਰਵਾ ਲਿਆ ਗਿਆ। ਹਾਲਾਂਕਿ ਇਸ ਦੌਰਾਨ ਵਿਰੋਧੀ ਧਿਰਾਂ ਤੇ ਚਰਚਾ ਲਈ ਲਗਾਤਾਰ ਮੰਗ ਕਰਦੀਆਂ ਰਹੀਆਂ, ਪਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਇਹ ਕਹਿੰਦਿਆਂ ਵਿਰੋਧ ਧਿਰ ਦੀ ਮੰਗ ਰੱਦ ਕਰ ਦਿੱਤੀ ਸੀ ਕਿ ਵਿਰੋਧੀ ਧਿਰਾਂ ਲੰਬੇ ਚਿਰ ਤੋਂ ਇਸ ਦੀ ਮੰਗ ਕਰ ਰਹੀਆਂ ਸਨ ਅਤੇ ਹੁਣ ਸਰਕਾਰ ਵੀ ਇਸ ਲਈ ਤਿਆਰ ਹੈ। ਇਸ ਲਈ ਬਿੱਲ ਤੇ ਚਰਚਾ ਦੀ ਕੋਈ ਲੋੜ ਨਹੀਂ। ਸਰਕਾਰ ਵੱਲੋਂ ਉਸੇ ਹੀ ਦਿਨ ਦੁਪਹਿਰ 2 ਵਜੇ ਬਿੱਲ ਰਾਜ ਸਭਾ ਵਿੱਚ ਪੇਸ਼ ਕਰ ਦਿੱਤਾ ਗਿਆ, ਜਿੱਥੇ ਬਿਨਾਂ ਬਹਿਸ ਤੋਂ ਜ਼ਬਾਨੀ ਵੋਟਾਂ ਰਾਹੀਂ ਬਿੱਲ ਪਾਸ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 3 ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਕੀਤਾ ਸੀ। ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਸਿਰਸਾ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਸਿਰਸਾ ਨੇ ਇਸ ਮੌਕੇ ਭਾਜਪਾ ਦੇ ਪ੍ਰਧਾਨ JP ਨੱਡਾ, ਅਮਿਤ ਸ਼ਾਹ ਦਾ ਕੈਬਨਿਟ ਮੰਤਰੀ ਰਜਿੰਦਰ ਸ਼ੇਖਾਵਤ, ਧਰਮਿੰਦਰ ਪ੍ਰਧਾਨ ਤੇ ਗੌਤਮ ਜੀ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ, ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਦੇਸ਼ ਭਰ ਵਿੱਚ ਮਾਨਵਤਾ ਦੀ, ਦੇਸ਼ ਦੀ ਅਤੇ ਸਾਰੇ ਪੰਥ ਦੀ ਸੇਵਾ ਕੀਤੀ ਹੈ। ਮੈਨੂੰ ਇਸ ਗੱਲ ਦਾ ਫਖਰ ਹੈ ਕਿ ਮੈਨੂੰ ਦੇਸ਼ ਦੀ ਰਾਜਧਾਨੀ ਦੇ ਲੋਕਾਂ ਨੇ ਵਿਧਾਇਕ ਬਣਾ ਕੇ ਵੀ ਭੇਜਿਆ ਹੈ ਤੇ ਮੈਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਜਨਰਲ ਸਕੱਤਰ ਦੇ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਕਿਹਾ, ਸਿੱਖਾਂ ਦੇ ਸੇਵਾ ਕਰਨ ਦੇ ਇਸ ਜਜ਼ਬੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਹੈ। ਇਸ ਮੌਕੇ ਸਿਰਸਾ ਨੇ ਕਿਹਾ ਕਿ ਦੇਸ਼ ਦੇ ਅੰਦਰ ਸਿੱਖ ਉਹ ਭਾਵੇਂ
ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਹੋਣ, ਉਹਨਾਂ ਦੇ ਬਹੁਤ ਸਾਰੇ ਮੁੱਦੇ ਹਨ। ਉਹਨਾਂ ਮੁੱਦਿਆਂ ਦੇ ਹੱਲ ਵਾਸਤੇ ਜਦੋਂ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਤਾਂ ਉਸ ਸਮੇਂ ਅਜਿਹੀ ਸਰਕਾਰ ਦੀ ਲੋੜ ਹੁੰਦੀ ਹੈ ਜੋ ਮਸਲੇ ਹੱਲ ਕਰ ਸਕੇ। ਮੈਂ ਹਮੇਸ਼ਾ ਹੀ ਸਿੱਖ ਮੁੱਦਿਆਂ ਉੱਤੇ ਆਪਣੀ ਆਵਾਜ਼ ਬੁਲੰਦ ਰੱਖੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।